Hello students, we will continue with our lesson 3rd, human reproduction, and today we will going to discuss the last topic of this chapter, pregnancy and embryonic development, and then we discuss about the parturition. So after implantation, finger-like projections known as chorionic villi, they appear on trophoblast. Students, ਅਸੀਂ ਇਹ ਵਾਲਾ blastocyst ਦਾ structure ਕੀਤਾ ਸੀਗਾ. ਇਹਦਾ outer layer of cells is known as trophoblast ਤੇ inner group of cells is known as inner cell mass. Inner cell mass ਤੋਂ embryo ਦੀ development ਹੋਏਗੀ ਤੇ ਜਿਹੜੀ outer layer ਹੈਗੀ known as trophoblast, ਇਹਦੇ ਤੇ finger like projections. ਇਹ ਤੁਸੀਂ ਦੇਖੋ finger like projections ਜਿਹੜੀਆਂ ਹੈਗੀਆਂ ਆ ਇਹ ਔਰ ਆਊਟਰ ਲੇਅਰ ਆਫ ਟ੍ਰੋਪੋਬਲਾਸਟ ਦੇ ਉੱਤੇ ਅਪੀਅਰ ਹੋ ਜਾਣਗੀਆਂ ਔਰ ਜਿਹੜਾ ਯੂਟੀਰਾਈਨ ਟਿਸ਼ੂ ਤੇ ਮੈਟਰਨਲ ਬਲੱਡ ਹੈਗਾ ਆ ਉਹਦੇ ਨਾਲ ਇਹ ਦੇ ਗੈਟ ਸਰਾਊਂਡਡ ਬਾਈ ਦਾ ਯੂਟੀਰਾਈਨ ਟਿਸ਼ੂ ਐਂਡ ਮੈਟਰਨਲ ਬਲੱਡ ਤੇ ਇਹ ਜਿਹੜੀ ਕਰਿਓਨਿਕ ਵਿਲਾਈ ਹੈ ਐਂਡ ਯੂਟੀਰਾਈਨ ਟਿਸ਼ੂ ਦੇ ਬਿਕਮ ਇੰਟਰਡਿਜਿਟਡ ਵਿਦ ਈਚ ਅਦਰ। ਠੀਕ ਹੈ ਜੀ, ਇਦਾਂ ਇੱਕ ਕਰਿਓਨਿਕ ਵਿਲਾਈ ਹੈ ਫਿੰਗਰ ਲਾਈਕ ਪ੍ਰੋਜੈਕਸ਼ਨਸ ਤੇ ਯੂਟੀਰਾਈਨ ਟਿਸ਼ੂ ਹੈ ਇਸ ਤਰ੍ਹਾਂ ਆਪਸ ਦੇ ਵਿੱਚ ਇੰਟਰਡਿਜਿਟਡ हो जाएंगे and forms a structural and functional unit known as placenta. ये देखो स्टूडेंट्स, ये placenta है, ये यूटेराइन टिश्यू हैगा या और ये करियोनिक विलाई है ਜਿਹੜੇ ट्रोपोब्लास्ट लेयर ਦੇ ਉੱਪਰ ਫਿੰਗਰ ਲਾਈਕ ਪ੍ਰੋਜੈਕਸ਼ਨਸ ਗਰੋ ਕਰ ਰਹੇ ਸੀਗੇ ਤੇ ਇਹ ਜਿਹੜੇ ਕਰਿਓਨਿਕ ਵਿਲਾਈ ਹੈ ਤੇ यूटेराइन टिश्यू ਇਹ ਆਪਸ ਦੇ ਵਿੱਚ ਇਦਾਂ ਇੰਟਰਡਿਜਿਟਡ ਹੋ ਜਾਣਗੇ ਤੇ ਇੱਕ ਸਟਰਕਚਰ ਫਾਰਮ ਕਰਨਗੇ, ਸਟਰਕਚਰਲ ਐਂਡ ਫੰਕਸ਼ਨਲ ਯੂਨਿਟ known as placenta between the developing embryo and the maternal body. Developing embryo और maternal body ਦੇ ਵਿਚਕਾਰ ਇਹ ਜਿਹੜਾ ਹੈਗਾ ਆ ਸਟਰਕਚਰ ਬਣ ਗਿਆ, this is known as placenta. ਹੁਣ ਜਿਹੜਾ placenta ਹੈ it is temporary organ that connects the developing embryo with the uterine wall. ਇਹ developing embryo ਹੈ, ਇਹ uterine wall ਹੈਗੀ ਆ ਤੇ ਇਹ ਆਪਸ ਦੇ ਵਿੱਚ ਤੁਸੀਂ ਇੱਥੇ ਦੇਖੋ ਸਟੂਡੈਂਟਸ developing embryo और uterine wall ਜਿਹੜਾ ਹੈਗਾ ਆ ਉਹ ਆਪਸ ਦੇ ਵਿੱਚ ਜਿਹੜਾ ਹੈਗਾ ਆ ਇਹ ਅੰਬਿਲਾਈਕਲ ਕੌਰਡ ਉਹਦੇ ਨਾਲ ਇਹ ਆਪਸ ਦੇ ਵਿੱਚ ਜੁੜਿਆ ਹੋਇਆ ਹੈਗਾ ਆ ਔਰ ਪਲੇਸੈਂਟਾ ਜਿਹੜਾ ਹੈਗਾ ਆ ਉਹ ਕਨੈਕਟ ਕਰਦਾ ਹੈਗਾ ਆ। ਹੁਣ ਅਸੀਂ ਫੰਕਸ਼ਨਸ ਆਫ ਪਲੇਸੈਂਟਾ ਡਿਸਕਸ ਕਰਾਂਗੇ। ਪਲੇਸੈਂਟਾ ਜਿਹੜਾ ਹੈਗਾ ਇਟ ਹੈਲਪਸ ਟੂ ਸਪਲਾਈ ਆਕਸੀਜਨ ਟੂ ਦਾ ਐਮਬ੍ਰੀਓ ਨੂੰ ਆਕਸੀਜਨ ਸਪਲਾਈ ਕਰਦਾ ਆ ਐਂਡ ਸੈਕੰਡ ਫੰਕਸ਼ਨ ਇਹਦਾ ਹੋ ਗਿਆ ਇਟ ਸਪਲਾਈ ਨਿਊਟ੍ਰੀਐਂਟਸ ਟੂ ਦਾ ਡਿਵੈਲਪਿੰਗ ਐਮਬ੍ਰੀਓ ਨੂੰ ਨਿਊਟ੍ਰੀਐਂਟਸ ਜਿਹੜੇ ਆ ਉਹ ਸਪਲਾਈ ਕਰਦਾ ਆ and it remove carbon dioxide produced by the embryo ने जो carbon dioxide produce ਕੀਤੀ और जो excretory materials produce ਕੀਤੇ embryo ने वो भी placenta ਜਿਹੜਾ ਹੈਗਾ ਉਹ embryo ਦੀ body ਤੋਂ remove ਕਰੇਗਾ and it act as endocrine tissue ਜਿਹੜਾ ਹੈਗਾ ਆ endocrine tissue ਦੇ ਤੌਰ ਤੇ ਇਹ ਕੰਮ ਕਰਦਾ ਹੈਗਾ ਆ ਤੇ ਕੁਝ ਹਾਰਮੋਨਸ ਪ੍ਰੋਡਿਊਸ ਕਰਦਾ ਆ। ਕਿਹੜੇ ਹਾਰਮੋਨਸ ਪ੍ਰੋਡਿਊਸ ਕਰਦਾ ਆ placenta? human करियोनिक गोनेडोट्रोपिन हार्मोन HCG कहते हैं, सेकंड इज ह्यूमन प्लेसेंटल लैक्टोजन HPN, एस्ट्रोजन हार्मोन प्रोड्यूस करता है प्लेसेंटा ते प्रोजेस्टोजेंस। ये चार हार्मोन्स जेडे हैगे ये प्लेसेंटा जेड़ा हैगा या वो प्रोड्यूस करता है। उस तो बाद नेक्स्ट फंक्शन प्लेसेंटा दा की हो गया, इट हेल्प्स टू फाइट अगेंस्ट इंटरनल इन्फेक्शंस एंड मैटरनल डिजीजेस। कोई भी इंटरनल इन्फेक्शन हो गई है ਉਹਨੂੰ ਫਾਈਟ ਕਰਨ ਦੇ ਵਿੱਚ ਕੌਣ ਹੈਲਪ ਕਰਦਾ? ਪਲੇਸੈਂਟਾ ਹੈਲਪ ਕਰਦਾ ਹੈ ਤੇ ਜੇ ਜਿਹੜੀਆਂ ਮੈਟਰਨਲ ਡਿਜ਼ੀਜ਼ਸ ਹੈ ਮਾਂ ਦੀਆਂ ਕੋਈ ਬਿਮਾਰੀਆਂ ਹੈਗੀਆਂ ਹੈ ਉਹਦੇ ਤੋਂ ਵੀ ਲੜਨ ਦੇ ਵਿੱਚ ਜਿਹੜਾ ਹੈਗਾ ਉਹ ਕੌਣ ਹੈਲਪ ਕਰਦਾ ਆ? ਫੀਟਸ ਨੂੰ ਪਲੇਸੈਂਟਾ ਹੈਲਪ ਕਰਦਾ ਆ। ਐਂਡ ਨੈਕਸਟ ਫੰਕਸ਼ਨ ਕੀ ਹੋ ਗਿਆ, ਇਟ ਹੈਲਪਸ ਇਨ ਥਰਮੋ ਰੈਗੂਲੇਸ਼ਨ ਦੇ ਵਿੱਚ ਹੈਲਪ ਕਰਦਾ ਹੈਗਾ ਆ। ਜਿਹੜੀ ਹੀਟ ਹੈਗੀ ਆ ਟ੍ਰਾਂਸਫਰ ਟੂ ਦਾ ਫੀਟਸ ਥਰੂ ਦਾ ਪਲੇਸੈਂਟਾ ਐਂਡ ਦਾ ਯੂਟਰਸ resulting in 0.3 degree Celsius to 0.5 degree Celsius higher temperature than that of the mother। ਜਿਹੜਾ ਮਦਰ ਦੀ ਬਾਡੀ ਦਾ ਜਿੰਨਾ ਟੈਂਪਰੇਚਰ ਹੈ ਉਸ ਤੋਂ 0.3 ਡਿਗਰੀ ਸੈਲਸੀਅਸ ਤੋਂ 0.05 ਡਿਗਰੀ ਸੈਲਸੀਅਸ ਜਿਹੜਾ ਆ ਉਹ ਹਾਇਰ ਟੈਂਪਰੇਚਰ ਜਿਹੜਾ ਹੈਗਾ ਆ ਉਹ ਕੌਣ ਮੇਨਟੇਨ ਕਰਨ ਵਿੱਚ ਹੈਲਪ ਕਰਦਾ? ਪਲੇਸੈਂਟਾ। ਸੋ ਸਟੂਡੈਂਟਸ ਇਹ ਹੋ ਗਿਆ ਪਲੇਸੈਂਟਾ ਕੀ ਹੈਗਾ ਤੇ ਪਲੇਸੈਂਟਾ ਦੇ ਅਸੀਂ 7 ਫੰਕਸ਼ਨਸ ਡਿਸਕਸ ਕਰ ਲਏ। ਉਸ ਤੋਂ ਬਾਅਦ ਹੁਣ ਪਲੇਸੈਂਟਾ ਜਿਹੜਾ ਹੈਗਾ ਆ ਪਹਿਲਾਂ ਅਸੀਂ ਡਿਸਕਸ ਕਰ ਚੁੱਕੇ ਹਾਂ, ਇਹ ਚਾਰ ਹਾਰਮੋਨਸ ਪ੍ਰੋਡਿਊਸ ਕਰਦਾ, ਹਿਊਮਨ ਕਰਿਓਨਿਕ ਗੋਨੇਡੋਟ੍ਰੋਪਿਨ ਹਾਰਮੋਨ, ਹਿਊਮਨ ਪਲੇਸੈਂਟਲ ਲੈਕਟੋਜਨ, ਐਸਟ੍ਰੋਜਨ ਐਂਡ ਪ੍ਰੋਜੈਸਟੋਜਨਸ। ਤੇ ਇਹ ਤਾਂ ਹੋ ਗਏ ਕਿ ਚਾਰ ਹਾਰਮੋਨਸ ਪਲੇਸੈਂਟਾ ਨੇ ਪ੍ਰੋਡਿਊਸ ਕੀਤੇ ਤੇ ਇਨ ਲੇਟਰ ਫੇਜ਼ ਆਫ ਪ੍ਰੈਗਨੈਂਸੀ ਦੇ ਵਿੱਚ ਇੱਕ ਰਿਲੈਕਸਿਨ ਨਾਂ ਦਾ
ਹਾਰਮੋਨ ਜਿਹੜਾ ਹੈਗਾ ਆ ਉਹ ਓਵਰੀ ਸਿਕਰੀਟ ਕਰਦੀ ਹੈ। ਰਿਲੈਕਸਿਨ ਨਾਂ ਦਾ ਹਾਰਮੋਨ ਕੌਣ ਸਿਕਰੀਟ ਕਰਦਾ ਆ? ਓਵਰੀ ਇਨ ਲੇਟਰ ਫੇਜ਼ ਆਫ ਪ੍ਰੈਗਨੈਂਸੀ। तो ये ਜਿਹੜੇ ਹਿਊਮਨ ਕਰਿਓਨਿਕ ਗੋਨੈਡੋਟ੍ਰੋਪਿਨ ਹਾਰਮੋਨ ਹੋ ਗਿਆ, ਹਿਊਮਨ ਪਲੇਸੈਂਟਲ ਲੈਕਟੋਜਨ ਹੋ ਗਿਆ, ਐਂਡ ਜਿਹੜਾ ਰਿਲੈਕਸਿਨ ਹਾਰਮੋਨ ਆ, ਦੇ ਆਰ ਪ੍ਰੋਡਿਊਸਡ ਇਨ ਵੂਮਨ ਓਨਲੀ ਡਿਊਰਿੰਗ ਦਾ ਪ੍ਰੈਗਨੈਂਸੀ ਦੇ ਦੌਰਾਨ ਹੀ ਇਹ ਜਿਹੜੇ ਹਾਰਮੋਨਸ ਹੈਗੀਆਂ ਇਹ ਵੂਮਨ ਦੇ ਵਿੱਚ ਪ੍ਰੋਡਿਊਸ ਹੁੰਦੇ ਆ। ਇਹ ਦੋ ਜਿਹੜੇ ਪਲੇਸੈਂਟਾ ਨੇ ਪ੍ਰੋਡਿਊਸ ਕੀਤੇ ਤੇ ਇੱਕ ਓਵਰੀ ਨੇ ਪ੍ਰੋਡਿਊਸ ਕੀਤਾ, ਦੇ ਆਰ ਪ੍ਰੋਡਿਊਸਡ ਓਨਲੀ ਡਿਊਰਿੰਗ ਪ੍ਰੈਗਨੈਂਸੀ। ਹੁਣ ਡਿਊਰਿੰਗ ਪ੍ਰੈਗਨੈਂਸੀ ਦੇ ਵਿੱਚ ਕੀ ਹੁੰਦਾ ਆ ਕਿ ਐਸਟ੍ਰੋਜਨ, ਪ੍ਰੋਜੈਸਟੋਜਨਸ, ਕੋਰਟੀਸੋਲ, ਪ੍ਰੋਲੈਕਟਿਨ ਤੇ ਥਾਇਰੋਕਸਿਨ ਜਿਹੜੇ ਹਾਰਮੋਨਸ ਹੈਗੇ, ਕਿਹੜੇ ਹਾਰਮੋਨਸ? ਐਸਟ੍ਰੋਜਨ ਹੋ ਗਿਆ, ਪ੍ਰੋਜੈਸਟੋਨ ਹੋ ਗਿਆ, ਉਸ ਤੋਂ ਬਾਅਦ ਹੋਰ ਕਿਹੜੇ ਹਾਰਮੋਨਸ ਹੋ ਗਏ? ਕੋਰਟੀਸੋਲ, ਪ੍ਰੋਲੈਕਟਿਨ ਤੇ ਥਾਇਰੋਕਸਿਨ। ਕੋਰਟੀਸੋਲ, prolactin and thyroxine. Okay students, ਇਹ ਜਿਹੜੇ ਹੈਗੇ ਆ ਐਸਟ੍ਰੋਜਨ, ਪ੍ਰੋਜੈਸਟੋਜਨ, ਕੋਰਟੀਸੋਲ, ਪ੍ਰੋਲੈਕਟਿਨ ਤੇ ਥਾਇਰੋਕਸਿਨ ਜਿਹੜੇ ਹਾਰਮੋਨਸ ਹੈਗੇ ਆ, ਇਹਨਾਂ ਦੇ ਲੈਵਲ ਜਿਹੜੇ ਹੈਗੇ ਆ ਦੇ ਇਨਕਰੀਜ਼ਡ ਸੈਵਰਲ ਫੋਲਡਸ ਇਨ ਦਾ ਮੈਟਰਨਲ ਬਲੱਡ ਦੇ ਵਿੱਚ ਇਹਨਾਂ ਹਾਰਮੋਨਸ ਦੀ ਐਸਟ੍ਰੋਜਨ, ਪ੍ਰੋਜੈਸਟੋਜਨ, ਕੋਰਟੀਸੋਲ, ਪ੍ਰੋਲੈਕਟਿਨ ਤੇ ਥਾਇਰੋਕਸਿਨ ਹਾਰਮੋਨਸ ਦਾ ਜਿਹੜਾ ਹੈਗਾ ਆ ਲੈਵਲ ਮੈਟਰਨਲ ਬਲੱਡ ਦੇ ਵਿੱਚ ਉਹ ਕਾਫੀ ਵੱਧ ਜਾਂਦਾ ਹੈਗਾ ਆ। ਐਂਡ ਇਨਕਰੀਜ਼ ਪ੍ਰੋਡਕਸ਼ਨ ਆਫ ਥੀਸ ਹਾਰਮੋਨਸ ਇਜ਼ ਐਸੈਂਸ਼ੀਅਲ ਫॉर, ਔਰ ਇਹਨਾਂ ਹਾਰਮੋਨਸ ਦੀ ਜਿਹੜੀ ਹੈਗੀ ਹੈ ਇਨਕਰੀਜ਼ ਪ੍ਰੋਡਕਸ਼ਨ ਉਹ ਜਿਹੜੀ ਹੈਗੀ ਹੈ ਦੈਟ ਇਜ਼ ਐਸੈਂਸ਼ੀਅਲ, ਜ਼ਰੂਰੀ ਹੈ ਕਿਸ ਚੀਜ਼ ਨੂੰ ਸਪੋਰਟ ਕਰਨ ਦੇ ਲਈ? ਫੀਟਸ ਦੀ ਗਰੋਥ ਨੂੰ ਸਪੋਰਟ ਕਰਨ ਦੇ ਲਈ, ਕੋਈ ਮੈਟਾਬੋਲਿਕ ਚੇਂजेस ਜਿਹੜੀ ਮਦਰ ਦੇ ਵਿੱਚ ਹੁੰਦੀਆਂ ਡਿਊਰਿੰਗ ਪ੍ਰੈਗਨੈਂਸੀ ਉਹਨਾਂ ਨੂੰ ਸਪੋਰਟ ਕਰਨ ਦੇ ਲਈ ਇਹ ਜਿਹੜੇ ਹੈਗੇ ਆ 5 ਹਾਰਮੋਨਸ, ਇਹਨਾਂ ਦਾ ਇਨਕਰੀਜ਼ ਪ੍ਰੋਡਕਸ਼ਨ ਹੈਗੀ ਆ ਉਹ ਹੈਲਪ ਕਰਦੀ ਹੈ ਤੇ ਪ੍ਰੈਗਨੈਂਸੀ ਨੂੰ ਮੇਨਟੇਨ ਕਰਨ ਦੇ ਲਈ ਇਹਨਾਂ ਦੀ ਜਿਹੜੀ ਹੈਗੀ ਹੈ ਇਨਕਰੀਜ਼ਡ ਲੈਵਲ ਜਿਹੜਾ ਹੈਗਾ ਆ ਉਹ ਹੈਲਪ ਕਰਦਾ ਆ। ਸੋ ਸਟੂਡੈਂਟਸ, ਇਸ ਤੋਂ ਬਾਅਦ ਅਸੀਂ ਡਿਸਕਸ ਕਰਾਂਗੇ ਆਪਣਾ ਨੈਕਸਟ ਟੌਪਿਕ। ਸਟੂਡੈਂਟਸ, ਇਹਦਾ ਪਲੇਸੈਂਟਾ ਦੇ ਬਾਰੇ ਹੋ ਗਿਆ। ਹੁਣ ਇਮੀਡੀਏਟਲੀ ਆਫਟਰ ਇੰਪਲਾਂਟੇਸ਼ਨ ਜਦੋਂ ਬਲਾਸਟੋਸਿਸ ਤੇ ਯੂਟੇਰਸ ਦੀ ਇਨਰ ਲੇਅਰ ਐਂਡੋਮੀਟਰੀਅਮ ਦੇ ਵਿੱਚ ਜਾ ਕੇ ਇੰਪਲਾਂਟ ਹੋ ਜਾਂਦਾ ਆ। ਸੋ ਉਸ ਤੋਂ ਬਾਅਦ ਕੀ ਹੁੰਦਾ ਆ ਕਿ ਜਿਹੜੀ ਇਨਰ ਸੈਲ ਮਾਸ ਹੈ, ਇਹ ਬਲਾਸਟੋਸਿਸ ਦੀ ਇਨਰ ਗਰੁੱਪ ਆਫ ਸੈਲਸ ਨੋਨ ਐਜ਼ ਇਨਰ ਸੈਲ ਮਾਸ ਜਿਹੜਾ ਆ ਜਿਹਦੇ ਤੋਂ ਅੱਗੇ ਐਮਬ੍ਰਿਓ ਦੀ ਡਿਵੈਲਪਮੈਂਟ ਹੋਣੀ ਆ, ਇਟ ਡਿਫਰੈਂਸ਼ੀਏਟਸ ਇਨਟੂ 3 ਜਰਮ ਲੇਅਰਸ। ਇਹ 3 ਜਰਮ ਲੇਅਰਸ ਦੇ ਵਿੱਚ ਡਿਫਰੈਂਸ਼ੀਏਟ ਹੋ ਜਾਂਦਾ। ਆਊਟਰ ਲੇਅਰ ਨੋਨ ਐਜ਼ ਐਕਟੋਡਰਮ, ਮਿਡਲ ਲੇਅਰ ਮੀਜ਼ੋਡਰਮ ਐਂਡ ਇਨਰ ਲੇਅਰ ਐਂਡੋਡਰਮ। ਇਹ ਜਿਹੜੀਆਂ ਤਿੰਨੋਂ ਲੇਅਰਸ ਹੈਗੀਆਂ ਆ ਐਕਟੋਡਰਮ, ਮੀਜ਼ੋਡਰਮ ਐਂਡ ਐਂਡੋਡਰਮ, ਇਹਦੇ ਤੋਂ ਅੱਗੇ ਆਰਗਨਸ ਜਿਹੜੇ ਹੈਗੇ ਉਹ ਅਲੱਗ-ਅਲੱਗ ਆਰਗਨਸ ਡਿਵੈਲਪ ਹੋਣਗੇ। ਜਿਵੇਂ ਜਿਹੜੀ ਆਊਟਰ ਲੇਅਰ ਐਕਟੋਡਰਮ ਹੈਗੀ ਆ ਉਹਦੇ ਤੋਂ ਆਊਟਰ ਲਾਈਨਿੰਗ ਆਫ ਦਾ ਬੋਡੀ ਜਿਹੜੀ ਹੈ ਉਹ ਬਣੇਗੀ, ਜਿਵੇਂ ਐਪੀਡਰਮਸ, ਆਊਟਰਮੋਸਟ ਲੇਅਰ ਆਫ ਦਾ ਸਕਿਨ ਐਂਡ ਹੇਅਰਸ ਵਗੈਰਾ ਦੀ ਡਿਵੈਲਪਮੈਂਟ ਹੋਏਗੀ। ਜਿਹੜੀ ਮੀਜ਼ੋਡਰਮ ਲੇਅਰ ਹੈਗੀ ਹੈ ਉਹਦੇ ਤੋਂ ਸਕੈਲੀਟਲ ਮਸਲਸ, ਬੋਨ, ਹਾਰਟ ਐਂਡ ਕਨੈਕਟਿਵ ਟਿਸ਼ੂ ਜਿਹੜੇ ਹੈਗੇ ਆ ਉਹਨਾਂ ਦੀ ਫਾਰਮੇਸ਼ਨ ਹੋਏਗੀ। ਐਂਡ ਜਿਹੜੀ ਇਨਰ ਲੇਅਰ ਹੈਗੀ ਹੈ ਨੋਨ ਐਜ਼ ਐਂਡੋਡਰਮ, ਉਹਦੇ ਤੋਂ ਕੋਲੋਨ, ਸਟਮਕ, ਇੰਟੈਸਟਾਈਨ, ਲੰਗਸ, ਲਿਵਰਸ, ਇਹ ਸਾਰੇ ਜਿਹੜੇ ਆ ਇਹ ਡਿਵੈਲਪਮੈਂਟ ਹੋਏਗੀ। ਠੀਕ ਹੈ ਸਟੂਡੈਂਟਸ, ਜਿਹੜਾ ਇਨਰ ਸੈਲ ਮਾਸ ਹੈ ਡਿਫਰੈਂਸ਼ੀਏਟਸ ਇਨਟੂ 3 germ layers, ectoderm, endoderm and mesoderm। ਇਹ ਜਿਹੜੀਆਂ ਤਿੰਨੋਂ ਲੇਅਰਸ ਹੈਗੀਆਂ ਦੇ ਗਿਵ ਰਾਈਜ਼ ਟੂ ਆਲ ਦਾ ਟਿਸ਼ੂਜ਼ ਐਂਡ ਆਰਗਨਸ ਇਨ ਅਡਲਟਸ। ਹੁਣ ਜਿਹੜਾ ਇਹ ਇਨਰ ਸੈਲ ਮਾਸ ਹੈਗਾ ਆ ਇਹਦੇ ਵਿੱਚ ਕੁਝ ਸੈਲਸ ਹੁੰਦੇ ਆ ਨੋਨ ਐਜ਼ ਸਟੈਮ ਸੈਲਸ। ਇਹ ਜਿਹੜੇ ਸਟੈਮ ਸੈਲਸ ਹੈਗੇ ਆ ਇਹਨਾਂ ਦੇ ਵਿੱਚ ਪੋਟੈਂਸੀ ਹੈਗੀ ਆ ਕਿ ਦੇ ਗਿਵ ਰਾਈਜ਼ ਟੂ ਆਲ ਦਾ ਟਿਸ਼ੂਜ਼ ਐਂਡ ਆਰਗਨਸ ਐਂਡ it can be used to replace certain tissues and have been used in the treatment of diabetes, heart attack and spinal cord injuries वगैरह हों ते इस तरह की injuries और diseases ਦੇ ਵਿੱਚ stem cells ਜਿਹੜੇ ਹੈਗੇ ਆ ਉਹ use ਹੁੰਦੇ ਆ। So student, ਇਸ ਤੋਂ ਬਾਅਦ ਅਸੀਂ ਆਪਣਾ next topic ਲੈਂਦੇ ਆ parturition। नेक्स्ट पार्ट्यूरेशन तो पहला ਅਸੀਂ ਆਪਣਾ ਇੱਕ ਟੌਪਿਕ ਲਵਾਂਗੇ ਪ੍ਰੈਗਨੈਂਸੀ। ਪ੍ਰੈਗਨੈਂਸੀ ਆਲਸੋ ਨੋਨ ਐਜ਼ ਗੈਸਟੇਸ਼ਨ ਪੀਰੀਅਡ। ਅਲੱਗ-ਅਲੱਗ ਆਰਗੇਨਿਜ਼ਮਸ ਦੇ ਵਿੱਚ ਜਿਹੜੀ ਪ੍ਰੈਗਨੈਂਸੀ ਹੈ
ਗੈਸਟੇਸ਼ਨ ਪੀਰੀਅਡ ਇਹ ਅਲੱਗ-ਅਲੱਗ ਟਾਈਮ ਦੀ ਹੈ। ਹੁਣ ਜਿਵੇਂ ਹਿਊਮਨਸ ਹੈਗੇ ਆ ਉਹਨਾਂ ਦੇ ਵਿੱਚ ਜਿਹੜਾ ਗੈਸਟੇਸ਼ਨ ਪੀਰੀਅਡ ਹੁੰਦਾ ਉਹ 9 ਮੰਥਸ ਦਾ ਹੁੰਦਾ ਆ। ਡੌਗਸ ਦੇ ਵਿੱਚ ਗੈਸਟੇਸ਼ਨ ਪੀਰੀਅਡ 63 ਡੇਜ਼ ਆਲਮੋਸਟ ਅਬਾਊਟ 2 ਮੰਥਸ। ਕੈਟਸ ਦੇ ਵਿੱਚ 63 to 65 ਡੇਜ਼ ਉਹੀ ਆਲਮੋਸਟ 2 ਮੰਥਸ ਦਾ ਗੈਸਟੇਸ਼ਨ ਪੀਰੀਅਡ ਪ੍ਰੈਗਨੈਂਸੀ ਪੀਰੀਅਡ ਹੁੰਦਾ ਹੈਗਾ ਆ ਡੌਗਸ ਐਂਡ ਕੈਟਸ ਦੇ ਵਿੱਚ। ਤੇ ਐਲੀਫੈਂਟ ਜਿਹੜਾ ਆ ਉਹਦੇ ਵਿੱਚ ਗੈਸਟੇਸ਼ਨ ਪੀਰੀਅਡ 22 ਮੰਥਸ ਦਾ ਹੁੰਦਾ ਆ 640 to 670 ਡੇਜ਼। ਲੌਂਗੈਸਟ ਗੈਸਟੇਸ਼ਨ ਪੀਰੀਅਡ ਜਿਹੜਾ ਹੈ ਉਹ ਐਲੀਫੈਂਟ ਦੇ ਵਿੱਚ ਹੁੰਦਾ ਹੈਗਾ ਆ। ਸੋ ਸਟੂਡੈਂਟਸ ਹੁਣ ਹਿਊਮਨ ਬੀਇੰਗਸ ਹੈਗੇ ਆ ਉਹਨਾਂ ਦੇ ਵਿੱਚ ਹੁਣ ਜਿਹੜਾ 9 ਮੰਥਸ ਦਾ ਗੈਸਟੇਸ਼ਨ ਪੀਰੀਅਡ ਹੁੰਦਾ ਔਰ ਇਸ 9 ਮੰਥਸ ਦੇ ਵਿੱਚ ਕਿਹੜੇ ਮੰਥ ਦੇ ਵਿੱਚ ਉਹਨਾਂ ਦੇ ਫੀਟਸ ਦੇ ਵਿੱਚ ਕਿਹੜੇ ਆਰਗਨ ਦੀ ਡਿਵੈਲਪਮੈਂਟ ਹੁੰਦੀ ਹੈ ਉਹ ਅਸੀਂ ਡਿਸਕਸ ਕਰਾਂਗੇ। ਆਫਟਰ 1 ਮੰਥ ਆਫ ਪ੍ਰੈਗਨੈਂਸੀ ਦੇ ਵਿੱਚ ਜਿਹੜਾ ਐਮਬ੍ਰਿਓ ਜਿਹੜਾ ਹੈਗਾ ਆ ਉਹਦੀ ਹਾਰਟ ਫਾਰਮੇਸ਼ਨ ਉਹਦਾ ਦਿਲ ਜਿਹੜਾ ਹੈਗਾ ਆ ਉਹ ਬਣ ਜਾਂਦਾ ਆ। ਤੇ ਬਾਈ ਦਾ ਐਂਡ ਆਫ ਸੈਕੰਡ ਮੰਥ ਆਫ ਪ੍ਰੈਗਨੈਂਸੀ ਦੇ ਵਿੱਚ ਫੀਟਸ ਜਿਹੜਾ ਆ ਉਹਦੇ ਲਿੰਬਸ ਐਂਡ ਡਿਜਿਟਸ ਜਿਹੜੇ ਉਹ ਡਿਵੈਲਪ ਹੁੰਦੇ ਆ। ਲੱਤਾਂ ਬਾਹਾਂ ਔਰ ਜਿਹੜੀਆਂ ਉਂਗਲੀਆਂ ਆ ਡਿਜਿਟਸ ਉਹਨਾਂ ਦੀ ਡਿਵੈਲਪਮੈਂਟ ਹੁੰਦੀ ਹੈ। ਬਾਈ ਦਾ ਐਂਡ ਆਫ 12 ਵੀਕਸ 3 ਮੰਥਸ ਤੋਂ ਬਾਅਦ ਲਿੰਬਸ ਤੇ ਜਿਹੜੇ ਐਕਸਟਰਨਲ ਜੈਨੀਟਲ ਆਰਗਨਸ ਹੈਗੇ ਆ ਉਹ ਜਿਹੜੇ ਆ ਉਹ ਡਿਵੈਲਪ ਹੋ ਜਾਂਦੇ ਆ। ਸੋ ਉਸ ਤੋਂ ਬਾਅਦ ਅੱਗੇ ਨੈਕਸਟ ਡਿਊਰਿੰਗ ਦਾ 5th ਮੰਥ ਦੇ ਵਿੱਚ ਫਸਟ ਮੂਵਮੈਂਟ ਆਫ ਦਾ ਫੀਟਸ ਜਿਹੜੀ ਆ ਉਹ ਆਬਜ਼ਰਵ ਕੀਤੀ ਜਾਂਦੀ ਹੈਗੀ ਹੈ। ਐਂਡ ਬੇਬੀ ਦੇ ਜਿਹੜੇ ਫੀਟਸ ਹੈ ਉਹਦੇ ਹੈਡ ਦੇ ਉੱਤੇ ਹੇਅਰਸ ਜਿਹੜੇ ਆ ਉਹ ਵੀ ਡਿਵੈਲਪ ਹੋਣੇ ਸ਼ੁਰੂ ਹੋ ਜਾਂਦੇ ਹੈ। ਬਾਈ ਦਾ ਐਂਡ ਆਫ 24 ਵੀਕਸ 6 ਮੰਥਸ ਦੇ ਬਾਅਦ ਜਿਹੜਾ ਬੋਡੀ ਫੀਟਸ ਦੀ ਬੋਡੀ ਹੈਗੀ ਉਹ ਫਾਈਨ ਹੇਅਰਸ ਉਹਦੇ ਉੱਤੇ ਸਾਰੀ ਬੋਡੀ ਤੇ ਛੋਟੇ ਛੋਟੇ ਜਿਹੜੇ ਹੇਅਰਸ ਆ ਉਹਨਾਂ ਦੀ ਗਰੋਥ ਹੋ ਜਾਂਦੀ ਹੈ। ਉਹਦੀਆਂ ਆਈਲਿਡਸ ਜਿਹੜੀਆਂ ਆ ਉਹ ਸੈਪਰੇਟ ਹੋ ਜਾਂਦੀਆਂ ਆ ਐਂਡ ਆਈ ਲੈਸ਼ਿਸ ਉਹਦੀਆਂ ਜਿਹੜੀਆਂ ਪਲਕਾਂ ਆ ਉਹ ਉਹਨਾਂ ਦੀ ਵੀ ਫਾਰਮੇਸ਼ਨ ਹੋ ਜਾਂਦੀ ਹੈ। ਐਂਡ ਬਾਈ ਦਾ ਐਂਡ ਆਫ 9 ਮੰਥਸ ਆਫ ਪ੍ਰੈਗਨੈਂਸੀ 9 ਮੰਥਸ ਆਫ ਪ੍ਰੈਗਨੈਂਸੀ ਤੋਂ ਬਾਅਦ ਜਿਹੜਾ ਆ ਫੀਟਸ ਜਿਹੜਾ ਆ ਇਟ ਇਜ਼ ਫੁੱਲੀ ਡਿਵੈਲਪਡ ਹੈਗਾ ਆ ਐਂਡ ਇਟ ਇਜ਼ ਰੈਡੀ ਫॉर ਦਾ ਡਿਲੀਵਰੀ ਦੇ ਲਈ ਉਹ ਫੀਟਸ ਜਿਹੜਾ ਆ ਉਹ ਰੈਡੀ ਹੋ ਜਾਂਦਾ ਆ। ਤਾਂ ਇਸ ਤੋਂ ਬਾਅਦ ਅਸੀਂ ਆਪਣਾ ਨੈਕਸਟ ਟੌਪਿਕ ਸਟੂਡੈਂਟਸ ਲਵਾਂਗੇ ਪਾਰਟਿਊਰੇਸ਼ਨ ਚਾਈਲਡ ਬਰਥ। ਸੋ ਸਟੂਡੈਂਟਸ ਸਾਡਾ ਨੈਕਸਟ ਲਾਸਟ ਜਿਹੜਾ ਟੌਪਿਕ ਹੈਗਾ ਆ ਪਾਰਟਿਊਰੇਸ਼ਨ ਚਾਈਲਡ ਬਰਥ। ਹਿਊਮਨਸ ਜਿਹੜੇ ਆ ਉਹਨਾਂ ਦੇ ਵਿੱਚ ਜਿਹੜਾ ਗੈਸਟੇਸ਼ਨ ਪੀਰੀਅਡ ਪ੍ਰੈਗਨੈਂਸੀ ਅਸੀਂ ਹੁਣੇ ਡਿਸਕਸ ਕੀਤਾ ਆ ਅਬਾਊਟ 9 ਮੰਥਸ ਦਾ ਹੁੰਦਾ ਆ ਐਂਡ ਐਟ ਦਾ ਐਂਡ ਆਫ ਪ੍ਰੈਗਨੈਂਸੀ ਜਿਹੜਾ ਯੂਟਰਸ ਹੈਗਾ ਆ ਉਹਦੇ ਵਿੱਚ ਵਿਗਰਸ ਕੰਟਰੈਕਸ਼ਨਸ ਜਿਹੜੀਆਂ ਆ ਉਹ ਹੋਣੀਆਂ ਸ਼ੁਰੂ ਹੋ ਜਾਂਦੀਆਂ ਆ ਔਰ ਜਿਹੜੀਆਂ ਇਹ ਵਿਗਰਸ ਕੰਟਰੈਕਸ਼ਨਸ ਹੁੰਦੀਆਂ ਯੂਟਰਸ ਦੇ ਵਿੱਚ ਇਟ ਕਾਜ਼ਸ ਐਕਸਪਲਸ਼ਨ ਡਿਲੀਵਰੀ ਆਫ ਦਾ ਫੀਟਸ ਫਿਰ ਮਤਲਬ ਉਹ ਫੀਟਸ ਨੂੰ ਐਕਸਪੈਲ ਕਰਦੀਆਂ ਆ ਔਰ ਇਹ ਜਿਹੜੀ ਦਾ ਪ੍ਰੋਸੈਸ ਆਫ ਡਿਲੀਵਰੀ ਆਫ ਫੀਟਸ ਔਰ ਚਾਈਲਡ ਬਰਥ ਇਜ਼ ਆਲਸੋ ਨੋਨ ਐਜ਼ ਪਾਰਟਿਊਰੇਸ਼ਨ ਇਹਨੂੰ ਕਹਿੰਦੇ ਹੈਗੇ ਆ। ਔਰ ਜਿਹੜੇ ਸਿਗਨਲਸ ਹੈਗੇ ਆ ਪਾਰਟਿਊਰੇਸ਼ਨ ਦੇ ਲਈ ਉਹ ਕਿੱਥੋਂ ਓਰੀਜੀਨੇਟ ਹੁੰਦੇ ਆ ਦੇ ਓਰੀਜੀਨੇਟ ਫਰੋਮ ਦਾ ਫੁੱਲੀ ਡਿਵੈਲਪਡ ਫੀਟਸ ਐਂਡ ਪਲੇਸੈਂਟਾ ਤੋਂ ਸਿਗਨਲਸ ਜਿਹੜੇ ਆ ਉਹ ਓਰੀਜੀਨੇਟ ਹੁੰਦੇ ਆ ਸ਼ੁਰੂ ਹੁੰਦੇ ਆ ਵਿਚ ਇੰਡਿਊਸ ਮਾਈਲਡ ਯੂਟੇਰਾਈਨ ਕੰਟਰੈਕਸ਼ਨਸ ਜਿਹੜੀਆਂ ਆ ਉਹ ਯੂਟਰਸ ਦੇ ਵਿੱਚ ਇੰਡਿਊਸ ਕਰਦੇ ਹੈਗੇ ਆ ਤੇ ਇਹਦੇ ਨਾਲ ਕੀ ਹੁੰਦਾ ਆ ਦਿਸ ਟ੍ਰਿਗਰਸ ਰਿਲੀਜ਼ ਆਫ ਆਕਸੀਟੋਸਿਨ ਫਰੋਮ ਮੈਟਰਨਲ ਪਿਟੂਟਰੀ ਗਲੈਂਡ ਤੋਂ ਆਕਸੀਟੋਸਿਨ ਨਾਂ ਦਾ ਜਿਹੜਾ ਹਾਰਮੋਨ ਹੈਗਾ ਆ ਆਕਸੀਟੋਸਿਨ ਨਾਂ ਦਾ ਹਾਰਮੋਨ ਜਿਹੜਾ ਹੈਗਾ ਆ ਉਹ ਜਿਹੜਾ ਰਿਲੀਜ਼ ਹੁੰਦਾ ਹੈਗਾ ਆ ਆਕਸੀਟੋਸਿਨ ਨਾਂ ਦਾ ਜਿਹੜਾ ਹਾਰਮੋਨ ਹੈਗਾ ਇਟ ਐਕਟ ਔਨ ਦਾ ਯੂਟੇਰਾਈਨ ਮਸਲਸ ਤੇ ਐਕਟ ਕਰਦਾ ਆ ਉਹਦੇ ਨਾਲ ਉਹ ਕੀ ਹੁੰਦਾ ਆ ਕਿ ਯੂਟੇਰਾਈਨ ਮਸਲਸ ਦੇ ਵਿੱਚ ਫਿਰ ਸਟਰੋਂਗਰ ਕੰਟਰੈਕਸ਼ਨਸ ਹੁੰਦੀਆਂ ਹੈਗੀਆਂ ਆ ਔਰ ਇਹ ਜਿਹੜੀਆਂ ਸਟਰੋਂਗਰ ਕੰਟਰੈਕਸ਼ਨਸ ਹੋਈਆਂ ਯੂਟੇਰਾਈਨ ਮਸਲਸ ਦੇ ਵਿੱਚ ਇਹ ਫਿਰ ਦੁਬਾਰਾ ਕੀ ਹੈਗਾ ਆ ਸਟਿਮੂਲੇਟ ਕਰਨਗੀਆਂ ਸਿਕ੍ਰੀਸ਼ਨ ਆਫ ਦਾ ਆਕਸੀਟੋਸਿਨ ਹਾਰਮੋਨ ਦੀ ਸਿਕ੍ਰੀਸ਼ਨ ਨੂੰ ਫਿਰ ਇਹ ਸਟਿਮੂਲੇਟ ਕਰਨਗੀਆਂ। ਇਹ ਜਿਹੜਾ ਸਟਿਮੂਲੇਟਰੀ ਰਿਫਲੈਕਸ ਐਕਸ਼ਨ ਹੈਗਾ ਆ ਬਿਟਵੀਨ ਦਾ ਯੂਟੇਰਾਈਨ ਕੰਟਰੈਕਸ਼ਨ ਐਂਡ ਆਕਸੀਟੋਸਿਨ ਸਿਕ੍ਰੀਸ਼ਨ ਇਹ ਕੰਟੀਨਿਊਸ ਹੁੰਦਾ ਰਹੇਗਾ or resulting in stronger and stronger contractions in the uterine uterus and this leads to the expulsion of the baby out of the uterus through the birth canal and फिर इस तो बाद की है बेबी जड़ा है birth canal जड़ा है ਉਹਦੇ ਵਿੱਚੋਂ ਦੀ ਜਿਹੜਾ expelled ਹੋ ਜਾਏਗਾ
और बाहर आ जाएगा एंड सून आफ्टर द डिलीवरी ऑफ द बेबी फिर जो प्लेसेंटा हैगा या वो भी यूट्रस के विचों दी एक्सपैल्ड हो जाएगा, बाहर आ जाएगा। और स्टूडेंट्स ये सारा कुछ तो हो गया पार्ट्यूरेशन चाइल्ड बर्थ बारे। तो लास्ट एक साडा छोटा जिहा टॉपिक हैगा लैक्टेशन। लैक्टेशन की हैगा हुण जिहड़े फीमेल दे मैमरी ग्लैंड्स हैगे आ असीं पहलां डिस्कस कीता सीगा नोन एज ब्रैसट, उन्हां दे विच दे अंडरगो डिफरेंसीएशन ड्यूरिंग द प्रेगनेंसी एंड स्टार्ट प्रोड्यूसिंग मिल्क टूवर्ड्स द एंड ऑफ द प्रेगनेंसी। दे जदों प्रेगनेंसी दा एंड आएगा तो उहदे जिहड़े मैमरी ग्लैंड्स हैगे आ वो मिल्क प्रोड्यूस करना शुरू कर देंगे और दिस हैल्प्स द मदर इन फीडिंग द न्यू बॉर्न बेबी नू फीड करन दे विच जिहड़ा है वो हेल्प होएगी। ते जिहड़ा मिल्क प्रोड्यूस ड्यूरिंग द इनिशियल फ्यू डेज ऑफ लैक्टेशन इज नोन एज कोलोस्ट्रम। कोलोस्ट्रम जिहड़ा शुरू दे दिनां दे विच मिल्क प्रोड्यूस हुंदा है फ्रॉम द मदर्स ब्रेस्ट, थिक येलो कलर का हुंदा है, दैट इज नोन एज कोलोस्ट्रम। और जिहड़ा कोलोस्ट्रम हुंदा है इहदे विच सैवरल एंटीबॉडीज हुंदियां आ जिहड़ियां एसेंशियल है जरूरी हैगियां टू डिवेलप रेजिस्टेंस फॉर द न्यू बॉर्न बेबी दे विच रेजिस्टेंस टू फाइट अगेंस्ट सर्टन डिजीजेस दे विच वो हेल्प करदी हैगियां। इसी करके जिहड़े डॉक्टर्स हैगे वो रिकमेंड करदे हैगे आ कि जिहड़ा बेबी हैगा आ उहनूं जिहड़ा हैगा आ वो ब्रेस्ट फीडिंग की जाए ताकि बेबी की हेल्दी ग्रोथ हो। सो स्टूडेंट्स ये सारा अज का साडा लैक्चर सीगा जिहदे विच असीं प्लेसेंटा और किवें प्लेसेंटा की फॉर्मेशन हुंदी है और प्लेसेंटा के की काम हैगे है, फिर उस तो बाद असीं गेस्टेशन प्रैगनेंसी पीरियड किता एंड दैन फीटस दे विच किहड़े मंथ्स दे विच ओहदे किहड़े ऑर्गनस की डिवेलपमेंट हुंदी है। दैन वी डिस्कस अबाउट पार्ट्यूरेशन चाइल्ड बर्थ किवें हुंदा हैगा या एंड अवर लास्ट टॉपिक जिहड़ा असीं डिस्कस कीता सीगा लैक्टेशन। सो आई होप स्टूडेंट्स तुहानूं अज दा लैक्चर समझ आ गया होएगा। सो इस दे नाल ही साडा जिहड़ा थर्ड चैप्टर हैगा वो कंप्लीट हो जांदा है। थैंक यू सो मच स्टूडेंट्स।